ਧੰਨ ਧੰਨ ਸਤਿਗੁਰੂ ਜੁਗ ਜੁਗ ਅਟਲ ਚਵਰ ਛਤਰ ਸਿੰਘਾਸਨ ਦੇ ਮਾਲਕ ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਕਿਰਪਾ ਹੋਈ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਦੀ ਦਾਤ ਸਤਿਗੁਰਾਂ ਨੇ ਆਪਾਂ ਸੰਗਤਾਂ ਨੂੰ ਬਖਸ਼ਿਸ਼ ਕੀਤੀ ਹੈ। ਜੋ ਵੀ ਸੰਗਤ ਗੁਰੂ ਚਰਨਾਂ ਵਿੱਚ ਪਹੁੰਚੇ ਹੋ, ਸਭ ਸੰਗਤਾਂ ਦੀ ਹਾਜ਼ਰੀ ਸਤਿਗੁਰੂ ਪ੍ਰਵਾਨ ਕਰਨ। ਗੁਰਸਿੱਖੀ ਦੀ ਦਾਤ, ਨਾਮ ਦੀ ਦਾਤ ਸਭ ਸੰਗਤਾਂ ਨੂੰ ਬਖਸ਼ਿਸ਼ ਕਰਨ ਮਹਾਰਾਜ। ਅੰਮ੍ਰਿਤ ਵੇਲੇ ਤੋਂ ਲੈ ਕਰਕੇ ਪਾਵਨ ਅਸਥਾਨਾਂ 'ਤੇ ਸਤਿਗੁਰਾਂ ਦੇ ਹਜ਼ੂਰ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋ ਕਰਕੇ ਉਪਰੰਤ ਅਰਦਾਸ ਬੇਨਤੀ ਹੋਈ ਹੈ ਅਤੇ ਸਤਿਗੁਰਾਂ ਨੇ ਅੱਜ ਦਾ ਫਰਮਾਨ ਬਖਸ਼ਿਸ਼ ਕੀਤਾ ਹੈ। ਅੱਜ ਦਾ ਹੁਕਮ ਮਹਾਰਾਜ ਜੀ ਦਾ ਪਾਵਨ ਅੰਗ 613 ਅਤੇ 614 'ਤੇ ਸੁਭਾਇਮਾਨ ਹੈ, ਬਖਸ਼ਿਸ਼ ਹੋਇਆ ਹੈ। ਸੋਰਠ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਨੇ ਰਹਿਮਤ ਕੀਤੀ ਹੈ। ਘਰ ਦੂਜੇ ਦੇ ਵਿੱਚ ਕੀਰਤਨ ਗਾਉਣ ਵਾਸਤੇ ਹੁਕਮ ਕਰਦੇ ਨੇ। ਸੋ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ। ਮਾਤ ਗਰਭ ਮੰਗ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ। ਸੋ ਐਸਾ ਅਕਾਲ ਪੁਰਖ ਵਾਹਿਗੁਰੂ ਜੋ ਮਾਤਾ ਦੇ ਗਰਭ ਦੇ ਵਿੱਚ ਸਾਡੀ ਰੱਖਿਆ ਕਰਦਾ, ਭਿਆਨਕ ਅਗਨ ਤੋਂ ਜੀਵ ਦਾ ਪੁੱਠੇ ਲਟਕੇ ਹੋਣਾ, ਉਹਨੂੰ ਸਵਾਸ ਵੀ ਰਿਜ਼ਕ ਪਾਣੀ ਵੀ ਜੁਗਤੀਓ ਦੁਆਰਾ ਪ੍ਰਾਪਤ ਹੁੰਦਾ ਹੈ। ਸੋ ਐਸੇ ਭਿਆਨਕ ਸਮੇਂ ਦੇ ਵਿੱਚ ਸਵਾਸ ਸਵਾਸ ਸਿਮਰਨ ਦੇ ਕਰਕੇ ਉਹ ਵਾਹਿਗੁਰੂ ਜਿਉਂਦੇ ਰੱਖਦਾ। ਮਾਤ ਗਰਭ ਮੰਗ ਆਪਨ ਸਿਮਰਨ ਦੇ ਕਰਕੇ ਹੀ ਉੱਥੇ ਬਚਾਅ ਹੁੰਦਾ। ਤਹਿ ਤੁਮ ਰਾਖਣ ਹਾਰ। ਮਹਾਰਾਜ ਜੀ ਉੱਥੇ ਸਾਡੀ ਤੁਸੀਂ ਰੱਖਿਆ ਕੀਤੀ ਜੀ ਵਾਹਿਗੁਰੂ ਜੀ। ਸੋ ਬਾਹਰ ਵੀ ਸੰਸਾਰ ਦੇ ਵਿੱਚ ਜੋ ਅਗਨ ਹੈ, ਜੈਸੀ ਅਗਨ ਉਦਰ ਮਗੇ ਤੈਸੀ ਬਾਗਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ। ਸੋ ਮਾਇਆ ਅਤੇ ਅਗਨ ਇਹ ਇੱਕ ਬਰਾਬਰ ਹੀ ਦੱਸਿਆ ਹੋਇਆ। ਜੋ ਮਾਇਆ ਦੇ ਪ੍ਰਭਾਵ ਵਿੱਚ ਆ ਜਾਂਦਾ ਉਹ ਸਮਝ ਲਓ ਅਗਨੀ ਦੇ ਵਿੱਚ ਹੀ ਫਸਿਆ ਹੋਇਆ, ਉਹਦਾ ਜੀਵਨ ਸੜ ਜਾਵੇਗਾ। ਜਿਸ ਤਰ੍ਹਾਂ ਮਾਤਾ ਦੇ ਗਰਭ ਵਿੱਚ ਮਹਾਰਾਜ ਆਪ ਜੀ ਨੇ ਰੱਖਿਆ ਕੀਤੀ ਹੈ, ਇਸੇ ਤਰ੍ਹਾਂ ਬਾਹਰੀ ਅਗਨ ਜਿਹੜੀ ਹੈ, ਜੈਸੀ ਅਗਨ ਉਦਰ ਮਗੇ ਤੈਸੀ ਬਾਗਰ ਮਾਇਆ। ਇਹ ਮਾਇਆ ਦੀ ਅਗਨ ਤੋਂ, ਕਲਯੁਗ ਦੇ ਪ੍ਰਭਾਵ ਤੋਂ ਆਪ ਜੀ ਨੇ ਸਾਨੂੰ ਬਚਾਉਣਾ ਹੈ। ਪਾਵਕ ਸਾਗਰ, ਪਾਵਕ ਹੁੰਦੀ ਅੱਗ, ਅੱਗ ਦਾ ਤਾਂ ਸਮੁੰਦਰ ਹੈ ਭਾਈ ਸੰਸਾਰ 'ਤੇ, ਜਿਹਦੇ ਵਿੱਚ ਅਨੇਕਾਂ ਹੀ ਲਹਿਰਾਂ ਉੱਠਦੀਆਂ ਅਗਨੀ ਦੀਆਂ। ਨਾਮ ਤੋਂ ਬਗੈਰ ਰੱਖਿਆ ਨਹੀਂ ਹੋ ਸਕਦੀ। ਆਪ ਜੀ ਕਿਰਪਾ ਕਰੋ, ਜਿਸ ਤਰ੍ਹਾਂ ਮਾਤਾ ਦੇ ਗਰਭ ਵਿੱਚ ਸਾਨੂੰ ਸਵਾਸ ਸਵਾਸ ਸਿਮਰਨ ਦਿੱਤਾ, ਉੱਥੇ ਰੱਖਿਆ ਕੀਤੀ ਹੈ। ਮਹਾਰਾਜ ਸਾਨੂੰ ਹੁਣ ਵੀ ਦਿਓ, ਹੁਣ ਵੀ ਆਪ ਜੀ ਦੇ ਨਾਮ ਦੀ ਕਿਰਪਾ ਕਰ ਦਿਓ। ਉਸੇ ਤਰ੍ਹਾਂ ਹੀ ਉਹ ਸਵਾਸ ਗ੍ਰਾਸ ਆਪ ਜੀ ਦਾ ਨਾਮ ਜਪ ਕਰਕੇ ਸਾਡੀ ਇੱਥੇ ਵੀ ਰੱਖਿਆ ਹੋ ਜਾਵੇ। ਪਾਵਕ ਸਾਗਰ ਅਥਾਂਗ ਲਹਿਰ ਮਗ ਤਾਰੁ ਤਾਰਨ ਘਾਰੇ। ਮਹਾਰਾਜ ਜੀ ਇਸ ਭਾਂਬੜ ਭਰੇ ਸਾਗਰ ਸੰਸਾਰ ਤੋਂ, ਅਗਨੀ ਦੇ ਸਾਗਰ ਤੋਂ
ਆਪ ਜੀ ਹੀ ਤਾਰ ਸਕਦੇ ਹੋ, ਆਪ ਜੀ ਹੀ ਬਚਾ ਸਕਦੇ ਹੋ। ਸੋ ਇਸ ਪ੍ਰਕਾਰ ਨਾਲ ਬੇਨਤੀ ਹੈ, ਜਿਸ ਤਰ੍ਹਾਂ ਗਰਭ ਵਿੱਚ ਰੱਖਿਆ ਕੀਤੀ, ਇਸੇ ਤਰ੍ਹਾਂ ਜਗ ਦੇ ਵਿੱਚ ਵੀ ਸਾਡੀ ਰੱਖਿਆ ਕਰੋ। ਤੁਹਾਡੇ ਤੁਲ ਸਮਰੱਥ ਦੂਜਾ ਹੈ ਹੀ ਕੋਈ ਨਹੀਂ। ਮਾਧੋ ਤੂੰ ਠਾਕੁਰ ਸਿਰ ਮੋਰਾ, ਤੁਸੀਂ ਸਾਡੇ ਮਾਲਕ ਹੋ, ਸਿਰ ਦੇ ਸਾਈਂ ਹੋ। ਤੁਸੀਂ ਸਾਨੂੰ ਬਣਾਉਣ ਵਾਲੇ ਹੋ, ਪੈਦਾ ਕਰਨ ਵਾਲੇ ਹੋ, ਸਾਡੀ ਚਿੰਤਾ ਵੀ ਕਰਦੇ ਹੋ। ਸੋ ਸਾਡੀ ਹੀ ਮਤੀ ਜਿਹੜੀ ਦੂਰ ਹੋ ਜਾਂਦੀ, ਸਾਡੀ ਮੱਤ 'ਤੇ ਪਰਦਾ ਪੈ ਕਰਕੇ ਆਪ ਜੀ ਤੋਂ ਦੂਰ ਹੋ ਜਾਂਦੇ ਆ। ਤੁਹਾਡੇ ਸੋ ਪਰ ਉਪਕਾਰ ਨੂੰ ਸੋ ਅਸੀਂ ਜਾਣਨਾ ਨਹੀਂ ਕਰਦੇ। ਆਪਾ ਭਾਵ ਨੂੰ ਅਪਣਾ ਕਰਕੇ ਹਉਮੈ ਆਦਿਕ ਵਿੱਚ ਆ ਕਰਕੇ ਆਪਣੇ ਆਪ ਨੂੰ ਜਨਾਉਣ ਲੱਗ ਜਾਂਦੇ ਆ, ਆਪ ਜੀ ਨੂੰ ਭੁੱਲ ਜਾਂਦੇ ਆ। ਸੋ ਆਪ ਜੀ ਕਿਰਪਾ ਕਰੋ, ਮਾਲਕ ਤਾਂ ਤੁਸੀਂ ਹੋ, ਤੁਸੀਂ ਸਾਡੇ ਤਨ ਮਨ ਦੇ ਬੁੱਧੀ ਦੇ ਮਾਲਕ ਹੋ। ਸੋ ਆਪ ਜੀ ਕਿਰਪਾ ਕਰੋ ਸਾਡੇ 'ਤੇ, ਸੋ ਰੱਖਿਆ ਕਰਨੀ ਕਰੋ। ਐਸੇ ਭਿਆਨਕ ਸਮੇਂ ਦੇ ਵਿੱਚੋਂ ਸਾਨੂੰ ਕੱਢ ਲਓ। ਇਹ ਬੇਨਤੀ ਰੂਪ ਇਹ ਪਾਵਨ ਸ਼ਬਦ ਸੋ ਮਹਾਰਾਜ ਜੀ ਨੇ ਉਚਾਰਨ ਕੀਤਾ ਗਾ। ਇਹਾਂ ਊਹਾਂ ਤੁਹਾਰੋ ਧੋਰਾ, ਇਹਾਂ ਤੋਂ ਭਾਵ ਲੋਕ ਵਿੱਚ, ਊਹਾਂ ਤੋਂ ਭਾਵ ਪਰਲੋਕ ਵਿੱਚ। ਮਹਾਰਾਜ ਜੀ ਆਪ ਜੀ ਦਾ ਹੀ ਆਸਰਾ ਹੈ ਤੱਕਿਆ ਸੀ। ਤੁਹਾਡੇ ਤੋਂ ਬਗੈਰ ਲੋਕ ਪਰਲੋਕ ਦਾ ਸਹਾਈ ਹੋਣ ਵਾਲਾ ਦੂਜਾ ਹੈ ਹੀ ਕੋਈ ਨਹੀਂ। ਸਾਡੇ ਮਾਲਕ ਹੋ, ਸਾਡੀ ਰੱਖਿਆ ਕਰਨ ਵਾਲੇ ਹੋ, ਸਮਰੱਥ ਹੋ। ਲੋਕ ਪਰਲੋਕ ਵਿੱਚ ਆਪ ਜੀ ਦਾ ਹੀ ਆਸਰਾ ਤੱਕਿਆ ਹੋਇਆ। ਸੋ ਦੋਵਾਂ ਜਹਾਨਾਂ ਦੇ ਵਿੱਚ ਮਹਾਰਾਜ ਆਪ ਜੀ ਪੈਜ ਰੱਖਿਓ, ਚਰਨਾਂ ਨਾਲ ਲਾ ਕਰਕੇ ਰੱਖੋ। ਬੰਦਗੀ ਦੀ ਦਾਤ ਦਿਓ, ਜੀਵਨ ਦੀ ਦਾਤ ਦਿਓ, ਸ਼ੁਭ ਗੁਣਾਂ ਦੀ ਦਾਤ ਦਿਓ। ਗੁਰੂ ਕੀ ਸੰਗਤ ਆਪ ਜੀ ਦੀ ਪਾਵਨ ਉਪਦੇਸ਼ ਇਹ ਅਵਸਰ ਦਿਓ, ਸੋ ਲਾਂਘਾ ਹੋ ਜਾਵੇ। ਐਸੀ ਬੇਨਤੀ ਕਰਨੀ ਹੈ ਸਤਿਗੁਰਾਂ ਦੇ ਚਰਨਾਂ ਦੇ ਵਿੱਚ। ਸੋ ਮਹਾਰਾਜ ਕਿਰਪਾ ਕਰਨ, ਗੁਰਸਿੱਖੀ ਦੀ ਦਾਤ, ਨਾਮ ਦੀ ਦਾਤ ਸਭ ਸੰਗਤਾਂ ਨੂੰ ਬਖਸ਼ਿਸ਼ ਕਰਨ। ਬਾਣੀ ਪੜ੍ਹਿਆ ਕਰੋ, ਨਿਤਨੇਮੀ ਹੋਵੋ। ਮੂਲ ਮੰਤਰ ਦਾ ਅਭਿਆਸ, ਵਾਹਿਗੁਰੂ ਗੁਰਮੰਤਰ ਦਾ ਅਭਿਆਸ ਜਿਹੜਾ ਜ਼ਰੂਰ ਹਰ ਗੁਰਸਿੱਖ ਨੇ ਪਈ ਕਰਨਾ, ਤਾਂ ਹੀ ਇਸ ਮਾਇਆ ਰੂਪ ਅਗਨ ਤੋਂ ਬਚਾਅ ਹੋ ਸਕਦਾ ਹੈ। ਸਵਾਸ ਗ੍ਰਾਸ ਸਿਮਰਨ ਜ਼ਰੂਰੀ ਹੈ। ਸਵਾਸ ਗ੍ਰਾਸ ਸਿਮਰਨ ਕਰਕੇ ਹੀ ਬਚਾਅ ਹੋ ਸਕਦਾ। ਇਹ ਤਾਂ ਪਹਿਲੀ ਅਵਸਥਾ ਜੇ। ਇਸ ਤੋਂ ਅੱਗੇ ਫਿਰ ਅਵਸਥਾ ਬਣਨੀ ਹੈ ਭਾਈ ਅਜੱਪਾ ਜਾਪ, ਰੋਮ ਰੋਮ ਜਾਪ, ਸ੍ਰਿਸ਼ਟੀ ਜਾਪ, ਕਿੱਥੋਂ ਤੱਕ ਪਹੁੰਚਣਾ। ਸਵਾਸ ਗ੍ਰਾਸ ਹੀ ਨਹੀਂ ਬਣਿਆ ਹੋਇਆ ਜੇ। ਸੋ ਇਹਦੀ ਮਿਹਨਤ ਜ਼ਰੂਰ ਕਰਨੀ। ਸਾਡਾ ਹਰ ਸਵਾਸ ਜਿਹੜਾ ਲਗਭਗ ਨਾਮ ਜਪਦਿਆਂ ਹੀ ਇਹ ਬੀਤੇ, ਐਸਾ ਅਭਿਆਸ ਕਰਨਾ। ਸਤਿਗੁਰਾਂ ਨੂੰ ਸੋ ਸਮਰੱਥ ਜਾਣ ਕਰਕੇ, ਦੀਨ ਦੁਨੀਆ ਦੇ ਦੋਹਾਂ ਜਹਾਨਾਂ ਦੇ ਮਾਲਕ ਜਾਣ ਕਰਕੇ, ਮਹਾਰਾਜ ਤੁਸੀਂ ਸਾਡੀ ਬਾਂਹ ਫੜਨ ਵਾਲੇ, ਤੁਹਾਡਾ ਹੀ ਦਿੱਤਾ ਹੋਇਆ ਜੀਵਨ ਹੈ, ਮਨੁੱਖਾਂ ਦੇ ਹੀ ਦਿੱਤੀ ਹੋਈ। ਇਹ ਅਜਾਈ ਨਾ ਜਾਵੇ, ਸਫਲੀ ਹੋ ਜਾਵੇ। ਐਸੀ ਬੇਨਤੀ ਸਤਿਗੁਰਾਂ ਦੇ ਚਰਨਾਂ ਵਿੱਚ ਕਰਦੇ ਹੀ ਰਹਿਣਾ। ਅਤੇ ਸਤਿਗੁਰੂ ਰਹਿਮਤ ਰੱਖਣ, ਨਾਮ ਦੀ ਦਾਤ ਸਭ ਸੰਗਤਾਂ ਨੂੰ ਬਖਸ਼ਣ। ਜਪਜੀ ਸਾਹਿਬ ਦੀ ਲੜੀਵਾਰ ਕਥਾ ਦੇ ਵਿੱਚ ਆਪਾਂ ਹਾਜ਼ਰੀ ਭਰ ਰਹੇ ਹਾਂ। ਨਾਨਕ ਭਗਤਾਂ ਸਦਾ ਵਿਗਾਸ, ਸ਼ਰਵਣ ਦਾ ਮਹਾਤਮ, 11ਵੀਂ ਪੌੜੀ। ਸੋ ਜਪਜੀ ਸਾਹਿਬ ਜੀ ਦੇ ਭਗਤਾਂ ਨੂੰ ਸਦਾ ਖੇੜਾ ਰਹਿੰਦਾ ਹੈ। ਚਿੰਤਾ ਨਹੀਂ ਵਿਆਪਦੇ, ਦੁੱਖ ਰੋਗ ਪੋਹ ਨਹੀਂ ਸਕਦੇ ਹਨ। ਆਨੰਦ ਦੀ ਅਵਸਥਾ ਹਮੇਸ਼ਾ ਹੀ ਬਣੀ ਰਹਿੰਦੀ। ਗੁਰੂ ਸਾਹਿਬ ਜੀ ਦੀ ਕਿਰਪਾ ਅਤੇ ਨਾਮ ਦੇ ਦੁਆਰਾ, ਭਗਤੀ ਕਰਨ ਦੇ ਦੁਆਰਾ, 9 ਪ੍ਰਕਾਰ ਦੀ ਭਗਤੀ, ਜਿਹਦੇ ਵਿੱਚ ਆਪਾਂ 6ਵੀਂ ਭਗਤੀ ਬੰਦਨਾ ਭਗਤੀ ਵਿੱਚ ਹਾਜ਼ਰੀ ਭਰ ਰਹੇ ਹਾਂ। 9 ਪ੍ਰਕਾਰ ਦੀ ਭਗਤੀ ਦਾ ਗਿਆਨ ਇਹ ਸਤਿਗੁਰਾਂ ਤੋਂ ਬਖਸ਼ਿਸ਼ ਹੋ ਰਿਹਾ ਹੈ। 6ਵੀਂ ਭਗਤੀ ਬੰਦਨਾ, ਨਮਸਕਾਰ ਕਰਨੀ ਬਾਰ ਬਾਰ। ਕੱਲ੍ਹ ਆਪਾਂ ਸਰਵਣ ਕੀਤਾ ਸੀ। ਡੰਡੌਤ ਬੰਦਨ ਅਨੇਕ ਵਾਰ, ਸਰਬ ਕਲਾ ਸਮਰੱਥ। ਡੋਲਣ 'ਤੇ ਰੱਖੋ ਪ੍ਰਭੂ, ਬੇਨਤੀ ਕਰਨੀ ਮਹਾਰਾਜ ਡੋਲਣ ਤੋਂ ਰੱਖਿਓ। ਇਹ ਬੁੱਧੀ ਮਨ ਜਿਹੜਾ ਨਾ ਇਹ ਡੋਲਦਾ ਹੈ, ਵਿਸ਼ਵਾਸ ਨਹੀਂ ਕਰਦਾ, ਭਰੋਸਾ ਨਹੀਂ ਕਰਦਾ।
ਸੋ ਇਹਨੂੰ ਭਰੋਸਾ ਆ ਜਾਵੇ ਆਪ ਜੀ ਤੇ। ਆਪ ਜੀ ਸਮਰੱਥ ਹੋ, ਆਪ ਨਿਰੰਕਾਰ ਹੋ, ਇਹ ਭਰੋਸਾ ਆ ਜਾਵੇ। ਅੱਜ ਭਰੋਸਾ ਨਹੀਂ ਆਉਂਦਾ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਰੱਬ ਨੇ, ਆਪ ਪਰਮੇਸ਼ਰ ਨੇ। ਜੇ ਭਰੋਸਾ ਆ ਜਾਵੇ ਤਾਂ ਫਿਰ ਭਾਈ ਆਪਾਂ ਦੂਜੇ ਤੀਜੇ ਥਾਂ ਜਾਈਏ ਕਿਤੇ ਨਾ। ਸਤਿਗੁਰਾਂ ਤੋਂ ਬਗੈਰ ਹੋਰ ਕਿਤੇ ਫਿਰ ਜਾਣ ਦੀ ਲੋੜ ਹੀ ਕੋਈ ਨਹੀਂ ਰਹਿ ਜਾਂਦੀ ਜੇ ਭਰੋਸਾ ਆ ਜਾਵੇ ਤਾਂ। ਇੰਨੀ ਸੋ ਅੰਦਰ ਭਾਵਨਾ ਬਣ ਜਾਵੇ, ਭਰੋਸਾ ਬਣ ਜਾਵੇ ਮਹਾਰਾਜ ਜੀ ਆਪ ਪਰਮੇਸ਼ਰ ਨੇ, ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਇਹ ਭਰੋਸਾ ਬਣਾਉਣਾ। ਤਿਸ ਜੀਵੜ ਅਵਰ ਨਾ ਖੋਏ, ਇਸ ਬਾਣੀ ਵਰਗਾ ਦੂਜਾ ਹੈ ਹੀ ਕੋਈ ਨਹੀਂ। ਭਰੋਸਾ ਆਉਂਦਾ ਕਿਉਂ ਨਹੀਂ ਫਿਰ? ਸੋ ਇੰਨਾ ਦ੍ਰਿੜ ਵਿਸ਼ਵਾਸ ਭਰੋਸਾ ਮਹਾਰਾਜ ਜੀ 'ਤੇ ਕਰਨਾ। ਡੋਲਣ 'ਤੇ ਰਾਖਵ ਪ੍ਰਭੂ ਨਾਨਕ ਦੇ ਕਰ ਹੱਥ। ਆਪ ਜੀ ਦਾ ਹੱਥ ਰੱਖ ਕਰਕੇ ਮਹਾਰਾਜ ਸਾਨੂੰ ਡੋਲਣ ਤੋਂ ਬਚਾ ਲਓ। ਇਹ ਬੁੱਧੀ ਤੁਹਾਡੇ ਤੋਂ ਬਗੈਰ ਹੋਰ ਕੁਝ ਨਾ ਸੋਚੇ। ਤੁਸੀਂ ਸਾਡੇ ਮਾਲਕ ਹੋ। ਇਸ ਕੇਸਾਂ ਅਤੇ ਸਵਾਸਾਂ ਨਾਲ ਤੁਹਾਡੇ ਨਾਲ ਨਿਭ ਜਾਵੇ। ਡੋਲਣ ਤੋਂ ਬਚਾਇਓ ਆਪ ਜੀ ਦਾ ਹੱਥ ਰੱਖ ਕਰਕੇ। ਤੁਹਾਡੇ ਹੱਥ ਰਿਹਾ ਤਾਂ ਫੇਰ ਹੀ ਬਚਾਅ ਹੈ। ਤੁਹਾਡਾ ਹੱਥ ਨਾ ਹੋਇਆ ਫਿਰ ਨਹੀਂ ਅਸੀਂ ਡੋਲੇ ਹੀ ਡੋਲੇ, ਡਿੱਗੇ ਹੀ ਡਿੱਗੇ। ਐਸੀ ਭਾਵਨਾ ਬਣਾਉਣੀ, ਆਪਣੇ ਆਪ ਨੂੰ ਜਨਾਉਣਾ ਹੀ ਨਹੀਂ। ਮਹਾਰਾਜ ਜੋ ਕੁਛ ਵੀ ਅੰਦਰ ਹੈ, ਜੇ ਆਪ ਜੀ 'ਤੇ ਭਰੋਸਾ ਹੈ, ਦ੍ਰਿੜ ਵਿਸ਼ਵਾਸ ਹੈ, ਨਿਤਨੇਮ ਹੈ, ਅੰਮ੍ਰਿਤ ਵੇਲਾ ਹੈ, ਇਹ ਤੁਹਾਡੇ ਹੱਥ ਦੇ ਸਦਕਾ ਹੈ। ਬਸ ਤੁਸੀਂ ਹੱਥ ਚੁੱਕ ਲਿਆ ਫਿਰ ਕੁਛ ਪੱਲੇ ਨਹੀਂ ਹੈ, ਕੁਛ ਵੀ ਨਹੀਂ ਰਹਿਣਾ ਸਾਡੇ ਕੋਲ। ਫਿਰ ਹਉਮੈ ਨਹੀਂ ਆਉਂਦੀ, ਆਪਾ ਭਾਵ ਨਹੀਂ ਜਨਾਉਣਾ। ਸਤਿਗੁਰਾਂ ਦੇ ਪ੍ਰਤਾਪ ਨੂੰ, ਕਿਰਪਾ ਨੂੰ ਜਨਾਉਣਾ ਹੈ। ਮਹਾਰਾਜ ਤੁਹਾਡੇ ਹੱਥ ਰੱਖਣ ਕਰਕੇ ਹੀ ਇਹ ਸਭ ਕੁਝ ਮੈਨੂੰ ਪ੍ਰਾਪਤ ਹੋਇਆ ਪਿਆ। ਡੰਡੌਤ ਬੰਧਨ ਅਨੇਕ ਵਾਰ, ਕਈ ਵਾਰ, ਅਨੇਕਾਂ ਵਾਰ ਬੰਧਨ ਕਰਨੀ, ਨਮਸਕਾਰ ਕਰਨੀ ਮਹਾਰਾਜ ਜੀ ਨੂੰ। ਸੋ ਡੋਲਣ 'ਤੇ ਰੱਖੋ ਆਪ ਜੀ ਦਾ ਹੱਥ ਰੱਖ ਕਰਕੇ। ਸੋ ਕੱਲ੍ਹ ਆਪਾਂ ਹਾਜ਼ਰੀ ਭਰ ਰਹੇ ਸੀ। ਮੇਲ ਲੈਹੋ ਦਇਆਲ ਢਹਿ ਪਏ ਦੁਆਰਿਆ, ਰੱਖ ਲੇਵੋ ਦੀਨ ਦਿਆਲ ਭ੍ਰਮਤ ਬਹੁ ਹਾਰਿਆ। ਭਗਤ ਵਸਲ ਤੇਰਾ ਬਿਰਦ ਹਰ ਪਤਤ ਉਧਾਰਿਆ, ਤੁਝ ਬਿਨ ਨਾਹੀ ਕੋਇ ਬਿਨਾ ਮੁਗ ਸਾਰਿਆ। ਸੋ ਕਰ ਗਹਿ ਲੇਵੋ ਦਇਆਲ ਸਾਗਰ ਸੰਸਾਰ। ਆਪ ਜੀ ਹੱਥ ਰੱਖ ਕਰਕੇ, ਐਸੀ ਕਿਰਪਾ ਰੱਖ ਕਰਕੇ ਆਪ ਜੀ ਨਾਲ ਮੇਲ ਲਵੋ। ਐਸੇ ਸੰਸਾਰ ਦੇ ਸਮੁੰਦਰ ਵਿੱਚੋਂ ਸਾਨੂੰ ਤਾਰਨ ਵਾਲੇ ਤੁਸੀਂ ਹੋ। ਤੁਹਾਡੇ ਤੋਂ ਬਗੈਰ ਸਾਡੀ ਬੇਨਤੀ ਸੁਣਨ ਵਾਲਾ ਦੂਜਾ ਹੈ ਹੀ ਕੋਈ ਨਹੀਂ ਜੋ ਸਾਨੂੰ ਬਚਾਉਣਾ ਕਰ ਲਵੇ। ਐਸੀ ਭਾਵਨਾ ਬਣਾ ਕਰਕੇ ਨਮਸਕਾਰ ਕਰਨੀ ਅਤੇ ਸਤਿਗੁਰਾਂ ਦੇ ਪਾਵਨ ਚਰਨ ਹਾਜ਼ਰ ਨਾਜ਼ਰ ਜਾਣ ਕਰਕੇ ਆਪਣਾ ਮਸਤਕ ਮਹਾਰਾਜ ਜੀ ਦੇ ਚਰਨਾਂ 'ਤੇ ਰੱਖਣਾ, ਭਾਈ ਗੋਂਦੇ ਦੇ ਵਾਂਗੂ। ਐਸੀ ਭਾਵਨਾ ਬਣਾਉਣੀ, ਜਿੱਥੇ ਵੀ ਅਵਸਰ ਮਿਲ ਜਾਵੇ ਮਹਾਰਾਜ ਜੀ ਦੇ ਦਰਸ਼ਨ ਹੋ ਜਾਣ, ਹੱਲੇ ਦੇ ਨਾਲ ਮਹਾਰਾਜ ਜੀ ਨੂੰ ਡੰਡੌਤ ਕਰਨੀ, ਨਮਸਕਾਰ ਕਰਨੀ, ਸਤਿਕਾਰ ਕਰਨਾ ਮਹਾਰਾਜ ਜੀ ਦਾ। ਸੋ ਇਹਨੂੰ ਕਹਿੰਦੇ ਹੈ ਬੰਦਨਾ ਭਗਤੀ। ਨਿਵੈ ਸੋ ਗੌਰਾ ਹੋਏ। ਨਿਉਂਦਾ ਉਹੀ ਹੈ ਜਿਹਦੇ ਅੰਦਰ ਕੁਛ ਹੈ, ਭਾਰਾ ਹੋਵੇ। ਤੱਕੜੀ ਦਾ ਪੱਲਾ ਜਿਹੜਾ ਭਾਰਾ ਉਹੀ ਨਿਉਂਦਾ, ਜਿਹੜਾ ਖਾਲੀ ਉਹ ਤਾਂ ਚੁੱਕਿਆ ਜਾਂਦਾ। ਨਿਵੈ ਸੋ ਗੌਰਾ ਹੋਏ, ਜਿਹੜਾ ਭਾਰਾ ਹੁੰਦਾ ਉਹੀ ਨਿਵਦਾ। ਜਿਹਦੇ ਅੰਦਰ ਬੰਦਗੀ ਹੈ, ਭਗਤੀ ਸ਼ੁਭ ਗੁਣਾਂ ਨਾਲ ਭਰਿਆ ਪਿਆ, ਜਿਹਦੇ ਅੰਦਰ ਨਾਮ ਦਾ ਕਿਣਕਾ ਮਹਾਰਾਜ ਨੇ ਪਾਇਆ, ਖਾਲੀ ਨਹੀਂ ਹੈ, ਉਹੀ ਨਿਉਂਦੇ। ਜਿਹੜੇ ਆਕੜਦੇ ਹੈ ਉਹਨਾਂ ਅੰਦਰ ਹੁੰਦਾ ਕੁਛ ਨਹੀਂ। ਜੋ ਸਤਿਗੁਰਾਂ ਨੂੰ ਸਤਿਕਾਰ ਕਰਨਾ ਨਹੀਂ ਜਾਣਦੇ, ਮਹਾਰਾਜ ਜੀ ਦਾ ਸਵਾਰਾ ਜਾਂਦਾ ਲਾਗੂ ਉਤਰਾ ਹੀ ਲੰਘ ਜਾਂਦੇ। ਮੱਥਾ ਟੇਕਣ ਦੀ ਵੀ ਜਾਚ ਕੋਈ ਨਹੀਂ, ਸਤਿਕਾਰ ਦੀ ਕੋਈ ਮਰਜ਼ਾਦਾ ਦਾ ਪਤਾ ਨਹੀਂ ਹੈ। ਅੰਦਰੋਂ ਖਾਲੀ ਨੇ ਤਾਂ ਹੁੰਦਾ। ਉਹੀ ਨਿਵੇਂਗਾ ਜਿਹਦੇ ਅੰਦਰ ਹੈ ਮਰਜ਼ਾਦਾ ਨੂੰ ਧਾਰਨ ਕੀਤਾ ਹੋਇਆ, ਸਭ ਕੁਝ ਅੰਦਰ ਸ਼ੁਭ ਗੁਣਾਂ ਨੂੰ ਇਕੱਠਾ ਕੀਤਾ ਹੋਇਆ। ਭਾਵਨਾ, ਸ਼ਰਧਾ, ਸੰਜਮ, ਸਹਿਨਸ਼ੀਲਤਾ, ਇਹਨਾਂ ਗੁਣਾਂ ਦੇ ਯੁਕਤ ਹੋਇਆ ਪਿਆ, ਉਹੀ ਨਿਉਂਦਾ। ਨਿਵੈ ਸੋ ਗੌਰਾ ਹੋਏ, ਇਹ ਕਿਰਪਾ ਹੁੰਦੀ ਹੈ। ਸੋ ਇਸੇ ਤਰ੍ਹਾਂ ਪ੍ਰਭੂ ਜੀ ਤੂੰ ਮੇਰੇ ਪ੍ਰਾਣ ਆਧਾਰ। ਨਮਸਕਾਰ ਡੰਡੌਤ ਬੰਦਨ ਅਨਕ ਬਾਰ ਜਾਉ ਬਾਰ।
ਸੋ ਮਹਾਰਾਜ ਤੁਸੀਂ ਸਾਡੇ ਪ੍ਰਾਣਾਂ ਦੇ ਆਧਾਰ ਹੋ। ਪ੍ਰਾਣਾਂ ਦਾ ਆਧਾਰ ਹੁੰਦਾ ਵੀ ਤੁਹਾਡੇ ਤੋਂ ਬਗੈਰ ਜੇ ਤੁਸੀਂ ਵਿੱਚ ਹੋ ਤਾਂ ਫਿਰ ਸਾਡੇ ਸਵਾਸ ਚੱਲਦੇ ਆ, ਜੇ ਤੁਸੀਂ ਨਾਲ ਨਹੀਂ ਹੋ ਤਾਂ ਸਾਡਾ ਜੀਵਨ ਮਰਿਆ ਵਰਗਾ ਹੈ। ਆਖਾਂ ਜੀਵਾ ਵਿਸਰੈ ਮਰ ਜਾਉ, ਜਦੋਂ ਵਿਸਰੋ ਉਦੋਂ ਮੌਤ ਹੈ ਸਾਡੀ। ਬਸ ਐਸੀ ਪ੍ਰੀਤੀ ਹੋ ਜਾਵੇ ਮਹਾਰਾਜ ਨਾਲ। ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰ ਹੈ, ਸਾਡੇ ਪ੍ਰਾਣਾਂ ਦਾ ਆਸਰਾ ਹੋ ਤੁਸੀਂ। ਤੁਹਾਡੀ ਕਿਰਪਾ ਨਾਲ ਹੀ ਜਿਉਂਦਿਆਂ ਵਿੱਚ ਅਸੀਂ ਅੰਦਰੋਂ ਜਾਗਰਤ ਅਵਸਥਾ ਆਤਮਾ ਦੇ ਤਲ 'ਤੇ ਜਿਉਂਦੇ ਹਾਂ। ਸੋ ਬਾਹਰੀ ਪਦਾਰਥ ਮੁਖੀ ਜੋ ਬਿਰਤੀ ਨੂੰ ਮਾਰ ਕੇ ਅੰਦਰੋਂ ਜਿਉਣਾ, ਪਰ ਆਪਾਂ ਬਾਹਰੋਂ ਜਿਉਂਦੇ, ਅੰਦਰੋਂ ਮੌਤ ਹੋਈ ਪਈ ਹੁੰਦੀ ਹੈ। ਅੰਦਰ ਦਾ ਜੀਵਨ ਜੋ ਆਤਮਾ ਦੇ ਤਲ ਦਾ ਜੀਵਨ ਬਹੁਤਿਆਂ ਦਾ ਉਹ ਸਮਾਪਤੀ ਹੋਇਆ ਪਿਆ ਹੁੰਦਾ, ਬਸ ਸੋ ਮੌਤ ਵਰਗਾ ਹੀ ਹੁੰਦਾ। ਬਾਹਰੋਂ ਪਦਾਰਥਾਂ ਵਿੱਚ ਜਿਉਂਦੇ ਜਿਹਨੇ ਬਾਹਰੀ ਪਦਾਰਥਾਂ ਵੱਲੋਂ ਬਿਰਤੀ ਨੂੰ ਮੋੜ ਕਰਕੇ ਬਾਹਰੋਂ ਤਿਆਗ ਰੂਪੀ ਆਪਣੀ ਮੌਤ ਕਰਨ ਲਈ ਜਿਉਂਦੇ ਆ, ਉਹ ਅੰਦਰੋਂ ਉਹਦਾ ਆਤਮਾ ਦਾ ਜੀਵਨ ਜਿਹੜਾ ਉਹ ਚੱਲ ਪੈਂਦਾ, ਇੱਧਰੋਂ ਜਾਗਰਤ ਹੋ ਜਾਂਦਾ। ਫਿਰ ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰ ਹੈ, ਨਮਸਕਾਰ ਡੰਡੌਤ ਬੰਦਨਾ ਅਨਕ ਬਾਰ ਜਾਉ ਬਾਰ। ਆਪ ਜੀ ਤੋਂ ਅਸੀਂ ਬਲਿਹਾਰੇ ਜਾਈਏ ਐਸੇ ਸਤਿਗੁਰਾਂ ਤੋਂ ਜਿਨ੍ਹਾਂ ਦੀ ਕਿਰਪਾ ਦੇ ਨਾਲ ਇਹ ਗਿਆਨ ਆਇਆ ਹੈ ਅਤੇ ਮਨੁੱਖਾਂ ਦੀ ਹੀ ਸਫਲੀ ਹੋਣੀ, ਜੰਮਣ ਮਰਨ ਕੱਟਿਆ ਜਾਣਾ ਹੈ। ਹਰੇਕ ਪੱਖੋਂ ਲੋਕ ਪ੍ਰਲੋਕ ਸਾਡੀ ਤੁਸੀਂ ਸਹਾਇਤਾ ਕਰਨੀ ਹੈ। ਐਸੇ ਸਤਿਗੁਰਾਂ ਨੂੰ ਤੇ ਬਾਰ-ਬਾਰ ਨਮਸਕਾਰ ਹੈ ਭਾਈ। ਡੰਡੌਤ ਬੰਦਨ ਅਨਕ ਬਾਰ। ਇਸ ਪ੍ਰਕਾਰ ਨਾਲ ਇਹ ਭਗਤੀ ਕਰਨੀ, ਇਹਨੂੰ ਛੇਵੀਂ ਭਗਤੀ ਬੰਦਗੀ ਗਿਣਿਆ ਗਿਆ ਹੈ। ਸੋ ਬੰਦਨਾ ਭਗਤੀ। ਸੱਤਵੀਂ ਭਗਤੀ ਹੈ ਦਾਸਾ ਭਾਵ ਭਗਤੀ। ਆਪਣੇ ਆਪ ਨੂੰ ਸਤਿਗੁਰਾਂ ਦਾ ਦਾਸ ਜਾਣਨਾ, ਸਤਿਗੁਰਾਂ ਨੂੰ ਆਪਣਾ ਮਾਲਕ ਜਾਣਨਾ। ਦਾਸਾ ਭਾਵ, ਦਾਸ ਦਾ ਮਤਲਬ ਹੈ ਜੋ ਦਿੱਤਾ ਉਹ ਖਾ ਲਿਆ, ਜੋ ਪਹਿਨਣ ਵਾਸਤੇ ਦਿੱਤਾ ਉਹ ਪਹਿਨ ਲਿਆ, ਦੂਜਾ ਬਚਨੀ ਕੋਈ ਨਹੀਂ, ਤਾਨਾ ਹੈ ਹੀ ਕੋਈ ਨਹੀਂ, ਅਲਾਂਭਾ ਹੈ ਹੀ ਕੋਈ ਨਹੀਂ। ਦਾਸ ਦਾ ਮਤਲਬ ਹੀ ਜੋ ਪਰਮੇਸ਼ਰ ਦੇ ਹੁਕਮ ਅਨੁਸਾਰ ਹੀ ਹੋ ਜਾਵੇ। ਮਹਾਰਾਜ ਜੀ ਦੇ ਸਤਿਗੁਰਾਂ ਦੇ ਜਿੱਥੇ ਰੱਖੇ ਉੱਥੇ ਹੀ ਭਲਾ ਕਰਕੇ ਜਾਣਨਾ। ਸੋ ਵਿਅੰਜਨ ਚਵਰਲੇ ਆਦਿ ਸਭ ਪੀਸਨ ਪਾਣੀ ਢੋਣ, ਇਤ ਆਦਿਕ ਜਗ ਕਿਰਿਆ ਹੋਏ ਦਾਸ ਭਾਵ ਲਖ ਤੌਣ। ਸਤਿਗੁਰਾਂ ਨੂੰ ਮਾਲਕ ਜਾਣ ਕਰਕੇ ਆਪਣੇ ਆਪ ਨੂੰ ਦਾਸ ਬਣਾ ਕਰਕੇ ਸਤਿਗੁਰਾਂ ਨੂੰ ਪੱਖਾ ਝੱਲਣਾ, ਪਾਣੀ ਢੋਣਾ। ਜੋ ਪਹਿਲਾਂ ਸੰਗਤਾਂ ਦੀ ਸੇਵਾ ਜਿਸ ਤਰ੍ਹਾਂ ਭਾਈ ਕਨ੍ਹਈਆ ਜੀ ਕਰਦੇ ਰਹੇ, ਸੋ ਗੁਰੂ ਘਰ ਵਿੱਚ ਐਸੀ ਸੇਵਾ ਨੂੰ ਹੋਰ ਨਿਭਾਉਣਾ ਕਈ ਤਰੀਕਿਆਂ ਦੇ ਦੁਆਰਾ। ਇਸੇ ਤਰ੍ਹਾਂ ਸੋ ਪਾਣੀ ਢੋਣ ਸਭ ਪੀਸਣ, ਪੀਸਣ ਹੁੰਦਾ। ਸੋ ਜਿਸ ਤਰ੍ਹਾਂ ਪੁਰਾਤਨ ਸਮੇਂ ਵਿੱਚ ਗੁਰੂ ਘਰਾਂ ਵਿੱਚ ਚੱਕੀਆਂ ਹੱਥ ਨਾਲ ਚਲਾਉਣ ਵਾਲੀਆਂ ਹੁੰਦੀਆਂ ਸੀ। ਗੁਰੂ ਕੇ ਲੰਗਰਾਂ ਦਾ ਜੋ ਜਲ ਪਾਣੀ ਤਿਆਰ ਹੋਣਾ, ਮਾਈਆਂ ਨੇ ਲੱਗ ਕਰਕੇ ਅਤੇ ਉਹ ਚੱਕੀਆਂ ਨੂੰ ਚਲਾਉਣਾ, ਪੀਸਣਾ। ਘਰ ਦੇ ਵਿੱਚ ਵੀ ਪੀਸਣਾ। ਘਰ ਦੇ ਵਿੱਚ ਵੀ ਲੰਗਰ ਲੱਗ ਜਾਂਦਾ ਭਾਈ। ਜਦੋਂ ਕੋਈ ਭੁੱਖਾ ਆ ਜਾਵੇ ਘਰੇ, ਉਹ ਖਾਲੀ ਨਾ ਜਾਵੇ। ਕੋਈ ਗਰੀਬ ਗੁਰਬਾ ਆ ਜਾਵੇ, ਉਹਦੇ ਮੂੰਹ 'ਚ ਵੀ ਘਰ ਵਿੱਚੋਂ ਸੋ ਜਲ ਪਾਣੀ ਪੈਂਦਾ ਹੋਵੇ, ਕਿਸੇ ਦੇ ਦਸਵੰਧ ਨਿਕਲਦਾ ਹੋਵੇ, ਉਹ ਵੀ ਲੰਗਰ ਹੀ ਹੁੰਦਾ, ਉਹ ਵੀ ਸੇਵਾ ਹੀ ਹੁੰਦੀ ਪਰ ਮਹਾਰਾਜ ਜੀ ਦੀ। ਸੋ ਇਸ ਪ੍ਰਕਾਰ ਨਾਲ ਸਤਿਗੁਰਾਂ ਦੀ ਸੇਵਾ ਨੂੰ ਪੱਖਾ, ਪਾਣੀ ਅਤੇ ਪੀਸਣ ਆਦਿਕ ਦੁਆਰਾ ਦਾਸਾਂ ਭਾਵ ਹੋ ਕਰਕੇ ਇਹ ਸੇਵਾ ਕਰਨੀ, ਚੌਰ ਕਰਨਾ, ਪੱਖਾ ਝੱਲਣਾ ਹੱਥਾਂ ਦੇ ਨਾਲ। ਚਲੋ ਹੁਣ ਬਿਜਲੀ ਦਾ ਯੁੱਗ ਹੈ। ਪੁਰਾਤਨ ਸਮੇਂ ਵਿੱਚ ਸੰਗਤਾਂ ਦੀ ਸੇਵਾ ਕਰਨੀ, ਜਦੋਂ ਕੋਈ ਦੀਵਾਨ ਲੱਗਣਾ, ਮਹਾਰਾਜ ਜੀ ਦਾ ਦਰਬਾਰ ਸੱਜਣਾ, ਸਤਿਗੁਰਾਂ ਨੂੰ ਪੱਖਾ ਝੱਲਣਾ, ਸੇਵਕਾਂ ਨੇ ਦਾਸਾਂ ਨੇ ਸੰਗਤਾਂ ਨੂੰ ਲੱਗ ਕਰਕੇ ਸੇਵਾ ਲੈਣੀ। ਸੋ ਪੱਖੇ ਦੀ ਸੇਵਾ ਕਰਨੀ, ਇਹ ਹੈ ਦਾਸਾ ਭਾਵ ਭਗਤੀ। ਚਵਰ ਦੀ ਸੇਵਾ ਕਰਨੀ, ਚੱਕੀ ਪੀੜੀ, ਪਾਣੀ ਢੋਣਾ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸਤਿਗੁਰੂ ਦਾਸਾ ਭਾਵ ਭਗਤੀ ਕੀਤੀ। 12 ਸਾਲ ਪਾਣੀ ਢੋਇਆ। ਬਿਆਸ ਦਰਿਆ ਤੋਂ ਲਿਆ ਕਰਕੇ ਗੋਇੰਦਵਾਲ ਸਾਹਿਬ ਜੀ ਤੋਂ ਖਡੂਰ ਸਾਹਿਬ, ਰੋਜ਼ਾਨਾ ਹੀ ਅੰਮ੍ਰਿਤ ਵੇਲੇ ਬਜ਼ੁਰਗ ਅਵਸਥਾ। ਸੋ ਪਿਛਲੇ ਪੈਰੀ ਜਾਣਾ
ਮਹਾਰਾਜ ਜੀ ਨੂੰ ਕਿਤੇ ਪਿੱਛਾ ਨਾ ਹੋ ਜਾਵੇ, ਇਹ ਭਾਵਨਾ ਹੁੰਦੀ ਹੈ। ਤੇ ਸਤਿਗੁਰੂ ਹਾਜ਼ਰ ਨਾਜ਼ਰ ਸਾਰੇ ਪਾਸੇ ਗਲਤ ਭਾਵਨਾ ਦੀ ਹੈ। ਜਿੱਥੇ ਮਨ ਟਿਕ ਜਾਵੇ, ਮਹਾਰਾਜ ਜੀ ਨੂੰ ਪਿੱਛਾ ਨਾ ਹੋ ਜਾਵੇ, ਸ਼ਰਧਾ ਅਥਾਹ ਸ਼ਰਧਾ ਹੁੰਦੀ ਹੈ। ਸੋ ਫਿਰ ਮਹਾਰਾਜ ਜੀ ਦੇ ਵਾਸਤੇ ਇਸ਼ਨਾਨ ਵਾਸਤੇ ਜਲ ਲਿਆਉਣਾ, 12 ਸਾਲ ਦਾਸਾ ਭਾਵ ਇਹਨੂੰ ਕਹਿੰਦੇ ਸੇਵਾ ਕੀਤੀ, ਕਮਾਈ ਹੋਈ। ਮਹਾਰਾਜ ਜੀ ਨੇ ਆਪ ਦੱਸਿਆ ਹੋਇਆ ਸਾਨੂੰ ਇਸ ਤਰ੍ਹਾਂ ਸੇਵਾ ਕਰਨੀ, ਕਾਹਲੇ ਨਹੀਂ ਪੈਣਾ। ਇੱਥੇ ਤੇ 5-7 ਦਿਨ ਸੇਵਾ ਕਰਕੇ ਕਹਿ ਦਿੰਦੇ ਆਪਾਂ ਮਿਲਿਆ ਹੀ ਕੁਛ ਨਹੀਂ। ਸੋ ਸਾਡੀ ਅਰਦਾਸ ਨਹੀਂ ਪੂਰੀ ਹੋਈ। ਮੈਂ ਤਾਂ 1.25 ਮਹੀਨਾ ਸੇਵਾ ਕੀਤੀ, ਮੈਂ ਤਾਂ ਸਾਲ ਸੇਵਾ ਕੀਤੀ। ਮਹਾਰਾਜ 12 ਸਾਲ। ਸੋ ਇੱਕ ਮਨ ਹੋ ਕਰਕੇ, ਨਿਸਵਾਰਥ ਹੋ ਕਰਕੇ, ਕੁਝ ਮੰਗਿਆ ਹੀ ਨਹੀਂ, ਅੰਦਰੋਂ ਨਿਸਵਾਰਥ ਇਹ ਕਰਕੇ ਦਿਖਾਇਆ ਹੋਇਆ ਮਹਾਰਾਜ ਜੀ ਨੇ। ਇੰਨੀ ਭਾਵਨਾ ਬਣਾਉਣੀ, ਸਤਿਗੁਰਾਂ 'ਤੇ ਭਰੋਸਾ ਰੱਖਣਾ। ਸੋ ਇਹਨੂੰ ਕਹਿੰਦੇ ਦਾਸਾ ਭਾਵ। ਹਨੂਮਾਨ ਨੇ ਕੀਤੀ ਹੈ ਦਾਸਾ ਭਗਤੀ, ਰਾਮਚੰਦਰ ਜੀ ਦੀ ਇੱਕ ਇੱਕ ਬਚਨ ਮੰਨਿਆ ਗਿਆ। ਸਦੀਵੀ ਕਾਲ ਜਿੰਨੇ ਚਿਰ ਤੱਕ ਰਾਮਚੰਦਰ ਜੀ ਰਹੇ ਨੇ, ਦਾਸਾ ਭਾਵ ਹੋ ਕਰਕੇ ਇੱਕ ਇੱਕ ਬਚਨ ਮੰਨਿਆ, ਇਹਨੂੰ ਕਹਿੰਦੇ ਦਾਸਾ ਭਾਵ ਭਗਤੀ। ਸੋ ਕੇਸਾਂ ਕਰ ਕਰ ਬੀਜਨ ਸੰਤ ਚੌਰ ਢਲਾਵੋ, ਇਸ ਪ੍ਰਕਾਰ ਦੇ ਨਾਲ ਸੇਵਾ ਕਰਨੀ। ਆਪਣੇ ਕੇਸ ਇੱਥੋਂ ਤੱਕ ਭਾਵਨਾ ਬਣਾ ਲੈਣੀ, ਮਹਾਰਾਜ ਮੇਰੇ ਕੇਸ ਆ ਨਾ ਜਿਹੜੇ, ਮੈਂ ਆਪ ਜੀ ਤੇ ਇਹਨਾਂ ਦਾ ਚਬਰ ਬਣਾ ਕਰਕੇ, ਇਹ ਨਹੀਂ ਵੀ ਹੁਣ ਕੇਸਾਂ ਦਾ ਚੌਰ ਹੀ ਚਲਾਉਣ ਲੱਗ ਜਾਣਾ। ਗੱਲ ਭਾਵਨਾ ਦੇ ਅੰਦਰੋਂ ਇਹ ਮਹਾਰਾਜ ਜੀ ਨਾਲ ਪ੍ਰੀਤੀ ਹੁੰਦੀ, ਇੰਨਾ ਮਨ ਨੂੰ ਨੀਵਾਂ ਕਰਕੇ ਅੰਦਰੋਂ ਐਸੀਆਂ ਪ੍ਰੀਤਾਂ ਡੋਰੀਆਂ ਪਾਉਣੀਆਂ ਮਹਾਰਾਜ ਜੀ ਦੇ ਨਾਲ। ਮਹਾਰਾਜ ਕੇਸਾਂ ਕਾ ਕਰ ਬੀਜਨ ਸੋ ਸੰਤ ਚੌਰ ਢਲਾਵੋ, ਤੈਨੂੰ ਜਪਣ ਵਾਲੇ, ਤੇਰਾ ਨਾਮ ਜਪਣ ਵਾਲੇ ਮਹਾਂਪੁਰਸ਼ ਸੰਤਾਂ ਦੇ ਸਿਰ 'ਤੇ ਚੌਰ ਕਰਨ, ਉਹਨਾਂ ਦੀ ਸੇਵਾ ਕਮਾਉਣੀ ਚੌਰ ਹੋ ਜਾਂਦਾ ਭਾਈ। ਬਚਨ ਮੰਨਣਾ ਹੀ ਚੌਰ ਢਲਾਉਣਾ ਹੋ ਜਾਂਦਾ। ਮਹਾਂਪੁਰਸ਼ਾਂ ਦਾ, ਬੰਦਗੀ ਵਾਲਿਆਂ ਦਾ ਬਚਨ ਮੰਨਣਾ, ਉਹ ਬਚਨਾਂ 'ਤੇ ਪਹਿਰਾ ਦੇਣਾ, ਇਹਦੇ ਵਿੱਚ ਹੀ ਸੇਵਾ ਮਿਲ ਜਾਂਦੀ, ਇਹੀ ਦਾਸਾ ਭਾਵ ਹੋ ਜਾਂਦਾ। ਸੋ ਕੇਸਾਂ ਕਾ ਕਰ ਬੀਜਨਾ ਸੰਤ ਚੌਰ ਢਲਾਵੋ। ਇਸੇ ਤਰ੍ਹਾਂ ਕਈ ਬਚਨ ਮਹਾਰਾਜ ਜੀ ਦੀ ਬਾਣੀ ਵਿੱਚ ਆਉਂਦੇ ਆ। ਪੱਖਾ ਫੇਰੀ ਪਾਣੀ ਢੋਵਾ, ਹਰ ਜਨ ਕੈ ਪੀਸਨ ਪੀਸ ਕਮਾਵਾ। ਸੋ ਮਹਾਰਾਜ ਆਪ ਜੀ ਦੇ ਨਾਮ ਜਪਣ ਵਾਲੀਆਂ ਸੰਗਤਾਂ ਦਾਸਾਂ ਨੂੰ, ਤੇਰੇ ਜਨਾਂ ਨੂੰ ਪੱਖੇ ਦੀ ਸੇਵਾ ਕਰਨ, ਉਹਨਾਂ ਨੂੰ ਜਲ ਪਾਣੀ ਛਕਾਵਾਂ ਪਿਆਸਿਆਂ ਨੂੰ। ਸੋ ਪੀਸਨ ਪੀਸ ਕਮਾਵਾਂ। ਸੋ ਉਹ ਪੁਰਾਤਨ ਸਮੇਂ ਦੇ ਅਨੁਸਾਰ ਚੱਕੀ ਪੀਹਣੀ, ਦਾਣਿਆਂ ਨੂੰ ਪੀਸਣਾ, ਆਟਾ ਤਿਆਰ ਕਰਨਾ। ਹੁਣ ਦੇ ਸਮੇਂ ਵਿੱਚ ਅਜੋਕੇ ਸਮੇਂ ਨਾਲ ਵੀ ਹੁਣ ਚੱਲਦਾ ਹੀ ਹੈ ਦਰਬਾਰ ਸਾਹਿਬ ਦੇ ਵਿੱਚ। ਸੋ ਸਾਰਾ ਕੁਝ, ਚੱਕੀਆਂ ਵੀ ਲੱਗੀਆਂ ਹੋਈਆਂ, ਮਸ਼ੀਨਾਂ ਵੀ ਲੱਗੀਆਂ ਹੋਈਆਂ, ਭਾਵੇਂ ਮਸ਼ੀਨਾਂ ਆ ਗਈਆਂ ਨੇ। ਸੋ ਪ੍ਰਸ਼ਾਦਾ ਤਿਆਰ ਕਰਨ ਨੂੰ ਤਾਂ ਕਿੰਨੇ ਸੇਵਕ ਲੱਗੇ ਹੁੰਦੇ, ਮਸ਼ੀਨ ਨੂੰ ਕਿੰਨੀ ਸੇਵਾ ਚੱਲਦੀ ਹੈ। ਕੋਈ ਕਿਸੇ ਪ੍ਰਕਾਰ ਦੀ ਸੇਵਾ ਕਰ ਰਿਹਾ ਹੈ, ਕੋਈ ਕਿਸੇ ਪ੍ਰਕਾਰ ਦੀ, ਇਹਨੂੰ ਦਾਸਾ ਭਾਵ ਕਹਿੰਦੇ। ਇਹ ਭਗਤੀ ਕਰਨੀ। ਹੋਰ ਕਈ ਬਚਨ ਨੇ ਮਹਾਰਾਜ ਜੀ ਦੀ ਬਾਣੀ ਵਿੱਚ। ਪੱਖਾ ਫੇਰੀ ਪਾਣੀ ਢੋਵਾ, ਜੋ ਦੇਵਹਿ ਸੋ ਖਾਈ, ਨਾਨਕ ਗਰੀਬ ਟਹਿ ਪਿਆ ਦੁਆਰੇ, ਹਰ ਮੇਲ ਲੈਹੋ ਵਡਿਆਈ। ਸੋ ਮਹਾਰਾਜ ਜੀ ਆਪ ਜੀ ਦੀ ਇਸ ਤਰ੍ਹਾਂ ਦਾਸਾ ਭਾਵ ਭਗਤੀ ਕਰਾਂ, ਜੋ ਤੁਸੀਂ ਦੇਹੋ ਉਹ ਮੈਂ ਖਾਵਾਂ, ਜਿੱਥੇ ਤੁਸੀਂ ਰੱਖੋ ਮੈਂ ਭਲਾ ਹੀ ਮਨਾਵਾਂ। ਜੈਸੀ ਅਵਸਥਾ ਵਿੱਚ ਮੈਨੂੰ ਸੁੱਖ ਦੁੱਖ, ਜਿਹੋ ਜਿਹੇ ਵੀ ਹਾਲ ਵਿੱਚ ਰੱਖਿਆ ਗਾ, ਮੇਰਾ ਮਨ ਆਪ ਜੀ ਨਾਲ ਪ੍ਰਸੰਨ ਹੀ ਰਵੇ, ਇਹਨੂੰ ਕਹਿੰਦੇ ਦਾਸਾ ਭਾਵ। ਨਾਨਕ ਗਰੀਬ ਟਹਿ ਪਿਆ ਦੁਆਰੇ, ਮੈਂ ਗਰੀਬ ਇਸ ਪੱਖੋਂ। ਸੋ ਗਰੀਬ ਇਕੱਲਾ ਮਾਇਆ ਪੱਖੋਂ ਨਹੀਂ ਹੁੰਦਾ, ਜਿਹਦੇ ਪੱਲੇ ਨਾਮ ਨਹੀਂ ਭਾਈ, ਸੋ ਕੁਝ ਨਿਤਨੇਮ ਨਹੀਂ ਹੈ, ਬਾਕੀ ਹੋਵੇ ਵੀ ਤਾਂ ਵੀ ਆਪਣੇ ਆਪ ਨੂੰ ਇਹੀ ਜਣਾਉਣਾ, ਮਹਾਰਾਜ ਮੈਂ ਗਰੀਬ, ਮੇਰੇ ਕੋਲ ਨਾਮ ਨਹੀਂ ਹੈ, ਮੇਰੇ ਕੋਲ ਨਾਮ ਨਹੀਂ ਜਪਿਆ ਜਾਂਦਾ ਜਿੰਨਾ ਜਪਣਾ ਚਾਹੀਦਾ, ਜਿੰਨਾ ਨਿਤਨੇਮ ਹੋਣਾ ਚਾਹੀਦਾ ਉਨਾ ਨਿਤਨੇਮ ਮੇਰੇ ਕੋਲੋਂ ਹੁੰਦਾ ਨਹੀਂ। ਜਿੰਨੀ ਸੇਵਾ ਤੁਹਾਡੀ ਹੋਣੀ ਚਾਹੀਦੀ ਮਹਾਰਾਜ ਮੇਰੇ ਕੋਲੋਂ ਹੁੰਦੀ ਨਹੀਂ, ਮੈਂ ਗਰੀਬ ਹਾਂ। ਨਾਨਕ ਗਰੀਬ ਟਹਿ ਪਿਆ ਦੁਆਰੇ, ਅਗਰ ਮੇਲ ਲੈਂਗੋ ਵਡਿਆਈ। ਆਪ ਜੀ ਕਿਰਪਾ ਕਰਕੇ ਫਿਰ ਵੀ ਮੈਨੂੰ ਮੇਲ ਲਿਓ, ਦੂਰ ਨਾ ਕਿਤੇ ਕਰ ਦਿਓ। ਜਿੰਨੀ ਉਹ ਸੇਵਾ ਮੇਰੇ ਕੋਲੋਂ ਹੁੰਦੀ ਹੈ, ਜਿੰਨਾ ਕੁ ਮੈਂ ਨਾਮ ਜਪ ਲੈਂਦਾ ਹਾਂ, ਤੁਹਾਡੀ ਕਿਰਪਾ ਨਾਲ ਹੈ। ਥੋੜ੍ਹਾ ਬਹੁਤਾ ਨਹੀਂ ਜਪਿਆ ਜਾਂਦਾ, ਭਾਵੇਂ ਕਿੰਨਾ ਹੀ ਨਿਤਨੇਮ ਕਰ ਲਓ, ਗਰੀਬੀ ਭਾਵ ਜ਼ਰੂਰ ਰੱਖਣਾ।
ਸੋ ਮਹਾਰਾਜ ਫਿਰ ਵੀ ਮੇਲ ਲਿਓ ਆਪ ਜੀ ਦੇ ਨਾਲ। ਇਸ ਤਰ੍ਹਾਂ ਦਾਸਾ ਭਾਵ ਕਰਕੇ ਪਾਣੀ ਪੱਕਾ ਪੀਸ ਦਾਸ ਕਹਿ ਤਬ ਹੋ ਗਏ ਨਿਹਾਲ। ਰਾਜ ਮਿਲਕ ਸਿਕਦਾਰੀਆਂ ਅਗਨੀ ਮਹਿ ਜਾਲ। ਮਹਾਰਾਜ ਜੀ ਇਹਨਾਂ ਨੂੰ ਦੁਨੀਆ ਦੀ ਸ਼ੋਭਾ ਵਡਿਆਈ ਨੂੰ ਕੀ ਕਰਨਾ, ਆਪ ਜੀ ਦੀ ਸੇਵਾ ਦੇ ਦਿਓ, ਇਹਦੇ ਵਿੱਚ ਹੀ ਹੈ ਸਾਰਾ ਕੁਝ। ਤੁਹਾਡੀ ਸੇਵਾ ਦਾਸਾ ਭਾਵ ਭਗਤੀ ਮਿਲ ਜਾਵੇ, ਇਹਦੇ ਵਿੱਚ ਹੀ ਸਾਨੂੰ ਸੁੱਖ ਹੈ। ਆ ਦੁਨੀਆ ਦੀਆਂ ਸੋ ਹੋਰ ਤਰੀਕੇ ਦੇ ਨਾਲ ਜੇ ਇੱਧਰ ਨੂੰ ਫਸ ਜਾਈਏ ਮਹਾਰਾਜ, ਤੁਹਾਨੂੰ ਭੁੱਲ ਜਾਈਏ ਤੇ ਫਿਰ ਉਹਨਾਂ ਨੂੰ ਕਰਨਾ ਕੀ, ਐਸੀਆਂ ਵਡਿਆਈਆਂ ਨੂੰ, ਐਸੀ ਮਾਇਆ ਆਦਿਕ ਨੂੰ ਕੀ ਕਰਨਾ ਜਿਹਦੇ ਨਾਲ ਤੁਹਾਨੂੰ ਭੁੱਲ ਜਾਈਏ। ਤੁਹਾਡਾ ਚੇਤਾ ਬਣਿਆ ਰਹੇ, ਚਿੰਤਨ ਬਣਿਆ ਰਹੇ, ਸਿਮਰਨ ਬਣਿਆ ਰਹੇ, ਆਪ ਜੀ ਦੀ ਦਾਸਾ ਭਾਵ ਭਗਤੀ ਹੁੰਦੀ ਰਹੇ ਹੱਥਾਂ ਸਰੀਰ ਨਾਲ ਪੈਰਾਂ ਨਾਲ, ਸੋ ਇਸ ਦੇਹੀ ਦੇ ਨਾਲ। ਇਹੀ ਸੋ ਸਭ ਤੋਂ ਵੱਡੀ ਵਡਿਆਈ ਹੈ, ਇਹੀ ਸਾਡੇ ਵਾਸਤੇ ਨਿਆਮਤ ਹੈ। ਸੋ ਆਪ ਜੀ ਦੀ ਕਿਰਪਾ ਕਰਕੇ ਐਸੀ ਭਾਵਨਾ ਬਣਾ ਕਰਕੇ ਸਤਿਗੁਰਾਂ ਤੋਂ ਸੋ ਇਹ 9 ਪ੍ਰਕਾਰ ਦੀ ਭਗਤੀ ਮੰਗਣੀ ਹੈ, ਇਹ ਲੈਣੀ ਮਹਾਰਾਜ ਜੀ ਤੋਂ। ਇਹ 7 ਪ੍ਰਕਾਰ ਦੇ ਨਾਲ ਆਪਾਂ ਜੇ ਸਰਵਣ ਕੀਤਾ ਸੋ ਦਾਸਾ ਭਾਵ ਦਾਸ ਹੋ ਜਾਣਾ ਮਹਾਰਾਜ ਜੀ ਦੇ। ਆਪਣੇ ਆਪ ਨੂੰ ਦਾਸਾ ਭਾਵ ਮੰਨਣਾ, ਸਤਿਗੁਰਾਂ ਨੂੰ ਮਾਲਕ ਜਾਣਨਾ, ਆਪਣੇ ਤਨ ਦਾ, ਮਨ ਦਾ, ਲੋਕ ਦਾ, ਪ੍ਰਲੋਕ ਦਾ, ਬੁੱਧੀ ਦਾ। ਮਹਾਰਾਜ ਤੁਸੀਂ ਮਾਲਕ ਹੋ, ਇਹਨੂੰ ਕਹਿੰਦੇ ਦਾਸਾ ਭਾਵ ਭਗਤੀ। ਕੱਲ੍ਹ ਨੂੰ ਇਸ ਤੋਂ ਅੱਗੇ ਹੋਰ ਹਾਜ਼ਰੀ ਭਰਾਂਗੇ ਇਸੇ ਵਿੱਚ। ਫਿਰ ਸੋ ਸਖਾ ਭਾਵ ਭਗਤੀ, ਸੋ ਆਤਮ ਨਿਵੇਦਨ ਭਗਤੀ 2 ਹੋਰ ਨੇ, ਇਹ ਵੀ ਸਰਵਣ ਕਰਾਂਗੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ। ਸਤਿਗੁਰੂ ਰਹਿਮਤ ਰੱਖਣ। ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਸੋ ਕਰ ਲਈਏ। ਹੋਈਆਂ ਗਲਤੀਆਂ ਭੁੱਲਾਂ ਦੇ ਗੁਰੂ ਸਾਹਿਬ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਅਗਾਂਹ ਵਾਸਤੇ ਸਮਤ ਬੁੱਧੀ ਬਖਸ਼ਣ ਮਹਾਰਾਜ। ਅੱਜ ਜਿਹੜੀ ਅਰਦਾਸ ਬੇਨਤੀ ਹੋਈ ਗੁਰੂ ਘਰ ਦੇ ਪ੍ਰੀਤਵਾਨ ਸੇਵਕ ਪਰਿਵਾਰ ਭਾਈ ਸਬੇਗ ਸਿੰਘ, ਉਹਨਾਂ ਦੇ ਸੁਪੁੱਤਰ ਸੋ ਭਾਈ ਸੁਖਵਿੰਦਰਜੀਤ ਸਿੰਘ ਅਤੇ ਹਰਵਿੰਦਰਜੀਤ ਸਿੰਘ, ਇਸ ਸੇਵਕ ਪਰਿਵਾਰ ਦੀ ਅਰਦਾਸ ਬੇਨਤੀ ਹੋਈ ਹੈ। ਸਤਿਗੁਰੂ ਕਿਰਪਾ ਰੱਖਣ, ਹਾਜ਼ਰੀ ਪ੍ਰਵਾਨ ਕਰਨ। ਸੋ ਗੁਰਸਿੱਖੀ ਦੀ ਨਾਮ ਦੀ ਦਾਤ